ਹੈਲੋ एवरीवन ਗਿਲਸ ਮੈਂਟੋਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟਸ ਦਾ ਲੈਕਚਰ ਅੱਜ ਅਸੀਂ 50ਵਾਂ ਦੇਖਣ ਲੱਗੇ ਹਾਂ। ਅੱਜ ਅਸੀਂ ਇੱਕ ਆਪਣਾ ਨੈਕਸਟ ਟੌਪਿਕ ਦੇਖਾਂਗੇ, ਇੱਕ ਫਾਈਨੈਂਸ਼ੀਅਲ ਅਕਾਊਂਟਿੰਗ ਦਾ। ਇਹ ਲਾਸਟ ਟੌਪਿਕ ਆ ਫਾਈਨੈਂਸ਼ੀਅਲ ਅਕਾਊਂਟਿੰਗ ਦਾ, ਠੀਕ ਹੈ। ਦੋ ਟੌਪਿਕ ਸੀ ਜਿਹੜੇ ਰਹਿ ਗਏ ਸੀ। ਮੈਂ ਤੁਹਾਨੂੰ ਕੋਸਟ ਅਕਾਊਂਟਿੰਗ ਕਰਾ ਰਿਹਾ ਸੀ, ਬਟ ਇੱਕ ਦੋ ਟੌਪਿਕ ਐਸੇ ਸੀ ਜਿਹੜੇ ਤੁਹਾਡੇ ਰਹਿ ਗਏ ਸੀ, ਉਹ ਮੈਂ ਪਹਿਲਾਂ ਹੀ ਕਲੀਅਰ ਕਰਾਉਣੇ ਸੀ ਤਾਂ ਕਿ ਤੁਹਾਨੂੰ ਕੋਈ, ਜੇ ਮੈਂ ਤੁਹਾਨੂੰ MCQs ਕਰਾਵਾਂ ਤਾਂ ਉਹ 'ਚ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਮੈਂ ਅਕਾਊਂਟਿੰਗ ਕੁਐਸਚਨ ਵਾਲਾ ਟੌਪਿਕ ਕਰਾ ਚੁੱਕਾ। ਇੱਕ ਅੱਜ ਟੌਪਿਕ ਆਪਾਂ ਲਾਸਟ ਵਾਲਾ ਦੇਖਾਂਗੇ ਹੁਣ, ਠੀਕ ਹੈ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨਲ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ, ਈ ਬੁੱਕਸ ਪ੍ਰੋਵਾਈਡ ਕੀਤੇ ਜਾ ਰਹੀਆਂ ਨੇ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentor.test.com ਤੋਂ ਜਾ ਕੇ ਖਰੀਦ ਸਕਦੇ ਹਨ ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਹਨ, ਠੀਕ ਹੈ ਫਰੈਂਡਸ। ਆਪਾਂ ਅੱਜ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਦੇਖਾਂਗੇ। ਇਹ ਵੀ ਇੱਕ ਆਪਣੇ ਅਕਾਊਂਟਸ ਦਾ ਪਾਰਟ ਹੈ, ਠੀਕ ਹੈ। ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਦਾ ਮਤਲਬ ਸਮਝਾਂਗੇ। ਪਹਿਲੇ ਆਪਾਂ ਮਤਲਬ ਸਮਝਾਂਗੇ, ਫਿਰ ਤੁਹਾਨੂੰ ਮੈਂ ਦੱਸਾਂਗਾ ਇਹ ਆਪਾਂ ਇਸਦੇ ਅਕਾਊਂਟਸ ਆਪਾਂ ਅਲੱਗ ਕਿਉਂ ਮੇਨਟੇਨ ਕਰਦੇ ਹਾਂ, ਠੀਕ ਹੈ। ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਦਾ ਕੀ ਮਤਲਬ ਹੋਇਆ? ਐਨ ਆਰਗੇਨਾਈਜੇਸ਼ਨ ਇਨ ਵਿੱਚ ਨੋ ਓਨਰ, ਕੋਈ ਓਨਰ ਨਹੀਂ ਹੈ, ਨਾ ਕੋਈ ਸਟਾਕ ਹੋਲਡਰ ਹੈ, ਔਰ ਟਰਸਟੀ ਸ਼ੇਅਰ ਇਨ ਪ੍ਰੋਫਿਟ ਐਂਡ ਲੋਸਿਸ ਵਿਚ ਐਗਜ਼ਿਸਟ ਨੋਟ ਟੂ ਅਰਨ ਦੀ ਰੈਵਨਿਊ ਬਟ ਪ੍ਰਮੋਟ ਅ ਮਿਸ਼ਨ। ਮਤਲਬ ਐਸੀ ਆਰਗੇਨਾਈਜੇਸ਼ਨ ਜਿਹਦਾ ਮਕਸਦ ਕੀ ਨਹੀਂ ਹੈ ਨਾ ਤਾਂ ਪ੍ਰੋਫਿਟ ਲੈਣ ਦਾ, ਠੀਕ ਹੈ, ਨਾ ਤਾਂ ਪ੍ਰੋਫਿਟ ਲੈਣ ਦਾ, ਨਾ ਤਾਂ ਉਹਨੂੰ ਕੋਈ ਪ੍ਰੋਫਿਟ ਦਾ ਉਹਨੇ ਕੁਝ ਬੀਅਰ ਕਰਨਾ, ਨਾ ਉਹਨੇ ਕੁਝ ਲੋਸ ਬੀਅਰ ਕਰਨਾ, ਠੀਕ ਹੈ। ਨਾ ਉਹਨੇ ਪ੍ਰੋਫਿਟ ਬੀਅਰ ਕਰਨਾ, ਨਾ ਉਹਨੇ ਲੋਸ ਬੀਅਰ ਕਰਨਾ। ਉਹ ਇੱਕ ਮਿਸ਼ਨ ਨੂੰ ਲੈ ਕੇ ਚੱਲ ਰਿਹਾ। ਆਪਾਂ ਕਈ ਵਾਰੀ ਕੋਈ ਕੰਮ ਕਰਦੇ ਹਾਂ, ਆਪਾਂ ਕੋਈ ਸੋਸ਼ਲ ਕੋਜ਼ ਲਈ ਤਾਂ ਆਪਾਂ ਕੰਮ ਕਰਦੇ ਨਹੀਂ ਕਰਦੇ, ਆਪਾਂ ਕਰਦੇ ਹਾਂ ਨਾ ਕੰਮ। ਉਸ ਲਈ ਆਪਾਂ ਕੀ ਕਰਦੇ ਹਾਂ? ਆਪਾਂ ਕੁਛ ਡੋਨੇਟ ਕਰਦੇ ਹਾਂ, ਆਪਾਂ ਕੁਛ ਕਿਸੇ ਦੀ ਹੈਲਪ ਕਰ ਦਿੰਦੇ ਹਾਂ। ਹਰੇਕ ਦੀ ਜਿੰਨੀ ਆਪਣਾ ਕਪੈਸਿਟੀ ਹੈ ਉਸ ਹਿਸਾਬ ਸਿਰ ਆਪਾਂ ਕਰਦੇ ਹਾਂ। ਮਗਰ ਜਿਹੜੀ ਵੱਡੀ ਆਰਗੇਨਾਈਜੇਸ਼ਨਸ ਹੁੰਦੀਆਂ ਉਹ ਆਪਣਾ ਇੱਕ ਆਰਗੇਨਾਈਜੇਸ਼ਨ ਵੀ ਖੋਲ੍ਹ ਸਕਦੀਆਂ ਨੇ, ਠੀਕ ਹੈ ਨਾ। ਆਪਣਾ ਇੱਕ ਡੋਨੇਸ਼ਨ ਚਲਾਉਣ ਲਈ, ਆਪਣੇ ਪ੍ਰੋਫਿਟ ਵਿੱਚੋਂ ਕੁਝ ਪ੍ਰੋਫਿਟ ਦੇਣ ਲਈ ਆਪਣਾ ਆਰਗੇਨਾਈਜੇਸ਼ਨ ਕ੍ਰੀਏਟ ਕਰ ਸਕਦੀਆਂ ਨੇ, ਠੀਕ ਹੈ। ਜਿਸ ਦੇ ਦੁਆਰਾ ਉਹ ਆਪਣੇ ਜੋ ਕੰਮ ਕਰਨਾ ਚਾਹੁੰਦੇ ਹਨ, ਜਿਸ ਫੀਲਡ 'ਚ ਕਰਨਾ ਚਾਹੁੰਦੇ ਹਨ, ਜਿਸ ਦੀ ਜਿਹੜੀ ਹੈਲਪ ਕਰਨੀ ਹੈ, ਕਿਸੇ ਫੀਲਡ 'ਚ ਕਿਸੇ ਦੀ ਵੀ ਹੈਲਪ ਕਰਨੀ ਹੈ ਜਾਂ ਕੋਈ ਆਰਗੇਨਾਈਜੇਸ਼ਨ ਬਣਾਉਣੀ ਹੈ, ਉਹਦੇ ਬਿਹਾਫ 'ਤੇ ਆਪਾਂ ਕਿਸੇ ਨੂੰ ਵੀ ਕਿਸੇ ਦੇ ਹਿਸਾਬ ਸਿਰ ਉਹ ਆਪਣਾ ਆਰਗੇਨਾਈਜੇਸ਼ਨ ਕ੍ਰੀਏਟ ਕਰ ਸਕਦਾ ਹੈ। ਬਟ ਉਸਨੂੰ ਜਿਹੜਾ ਆਪਣਾ ਆਰਗੇਨਾਈਜੇਸ਼ਨ ਕ੍ਰੀਏਟ ਕਰੇਗਾ, ਇਹ ਤਾਂ ਹੈ ਨਹੀਂ ਕਿ ਜਿੰਨਾ ਉਹਨੇ ਪ੍ਰੋਫਿਟ ਕਮਾਇਆ ਉਹ ਸਾਰੇ ਦਾ ਸਾਰਾ ਹੀ ਲਾ ਦੇਗਾ। ਇਸ ਤਰ੍ਹਾਂ ਤਾਂ ਉਹਨੂੰ ਆਪਣਾ ਜਿਹੜਾ ਉਹਦਾ ਬਿਜ਼ਨਸ ਚੱਲ ਰਿਹਾ ਪਰਸਨਲ, ਠੀਕ ਹੈ, ਜਿਹੜਾ ਉਹਦਾ ਆਪਣਾ ਬਿਜ਼ਨਸ ਚੱਲ ਰਿਹਾ, ਉਸ ਵਿੱਚ ਉਹਨੂੰ ਘਾਟਾ ਹੋਣ ਲੱਗ ਜਾਏਗਾ, ਨਹੀਂ ਲੱਗ ਜਾਏਗਾ, ਠੀਕ ਹੈ ਨਾ। ਅਤੇ ਇਹ ਤਾਂ ਉਹ ਚਾਹੇਗਾ ਨਹੀਂ, ਕਿਉਂਕਿ ਜੇ ਮੁਨਾਫਾ ਆਏਗਾ, ਪ੍ਰੋਫਿਟਸ ਉਹਦੇ ਆਪਣੇ ਪਰਸਨਲ ਬਿਜ਼ਨਸ 'ਚੋਂ ਆਉਣਗੇ ਤਾਂ ਹੀ ਉਹ ਕਿਸੇ ਥਾਂ 'ਤੇ ਜਾ ਕੇ ਫੰਡ ਵਿੱਚ ਜਾ ਕੇ ਇਨਵੈਸਟ ਕਰ ਸਕੇਗਾ, ਠੀਕ ਹੈ ਨਾ। ਉਸ ਲਈ ਉਹਨੂੰ ਕੀ ਕਰਨਾ ਪਏਗਾ? ਉਹ ਜਿਹੜਾ ਹਰੇਕ ਮਹੀਨੇ ਜਾਂ ਦੂਜੇ ਮਹੀਨੇ ਤੀਜੇ ਮਹੀਨੇ ਕੋਈ ਪੈਸਾ ਆ ਰਿਹਾ, ਕਿਸੇ ਨੇ ਡੋਨੇਟ ਕੀਤਾ ਜਾਂ ਆਪ ਇਨਵੈਸਟ ਕਰ ਰਿਹਾ, ਠੀਕ ਹੈ, ਉਹਦਾ ਇੱਕ ਅਕਾਊਂਟਸ ਮੇਨਟੇਨ ਕਰਨੇ ਪੈਣਗੇ, ਨਹੀਂ ਕਰਨੇ ਪੈਣਗੇ ਨਾ, ਜਿਹਦੇ ਨਾਲ ਉਹਨੂੰ ਉਸਦਾ ਜਿਹੜਾ ਬੈਲੈਂਸ ਆ ਬਿਲਕੁਲ ਸਹੀ ਚੱਲੇ। ਭਾਵੇਂ ਤੁਸੀਂ ਪ੍ਰੋਫਿਟ ਨਹੀਂ ਕਮਾਉਣਾ, ਮਗਰ ਤੁਹਾਨੂੰ ਅਕਾਊਂਟਸ ਤਾਂ ਕ੍ਰੀਏਟ ਕਰਨੇ ਹੀ ਪੈਣਗੇ, ਜਿਹਨੇ ਤੁਹਾਨੂੰ ਪਤਾ ਲੱਗੇਗਾ ਕਿੰਨਾ ਮੇਰੇ ਕੋਲ ਪੈਸਾ ਆ ਰਿਹਾ, ਉਹ ਵੀ ਬਾਹਰ ਤੋਂ ਆ ਰਿਹਾ, ਠੀਕ ਹੈ, ਕਿੰਨਾ ਪੈਸਾ ਮੈਂ ਇਨਵੈਸਟ ਕਰ ਰਿਹਾ, ਠੀਕ ਹੈ। ਅਤੇ ਜੋ ਕਿ ਸਹੀ ਥਾਂ 'ਤੇ ਲੱਗ ਰਿਹਾ ਨਹੀਂ ਲੱਗ ਰਿਹਾ, ਉਸਨੂੰ ਦੇਖਣ ਲਈ ਆਪਾਂ ਅਕਾਊਂਟਸ ਮੇਨਟੇਨ ਕਰਦੇ ਹਾਂ। ਬਸ ਉਰੇ ਹੀ ਉਹ ਗੱਲ ਕਰਨਾ ਚਾਹ ਰਹੇ। ਇੱਕ ਤਾਂ ਆਪਾਂ ਪਰਸਨਲ ਅਕਾਊਂਟ ਮੇਨਟੇਨ ਕਰਦੇ ਸੀ ਉਹ ਆਪਣੇ ਪ੍ਰੋਫਿਟਸ ਨੂੰ ਅਰਨ ਕਰਨ ਲਈ ਕਰਦੇ ਸੀ ਆਪਾਂ ਹਮੇਸ਼ਾ, ਠੀਕ ਹੈ ਨਾ। ਲਾਸਟ ਸਾਡਾ ਕੀ ਮਕਸਦ ਹੁੰਦਾ ਸੀ? ਪ੍ਰੋਫਿਟ ਅਰਨ ਕਰਨ ਦਾ। ਮਗਰ ਜਿਹੜੀ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਹੁੰਦੀ ਹੈ ਨਾ, ਉਸਦਾ ਮੋਟਿਵ ਕੋਈ ਪ੍ਰੋਫਿਟ ਅਰਨ ਕਰਨਾ ਨਹੀਂ ਹੁੰਦਾ, ਉਹਦਾ ਕੋਈ ਮਿਸ਼ਨ ਹੁੰਦਾ, ਉਹਦਾ ਕੋਈ ਇੱਕ ਤੈਅ ਹੁੰਦਾ ਕਿ ਹਾਂ ਭਾਈ ਮੈਨੇ ਇਸ ਫੀਲਡ 'ਚ ਮੈਨੇ ਇੱਥੇ ਮਦਦ ਕਰਨੀ ਹੈ ਕਿਸੇ ਦੀ, ਜਾਂ ਮੈਨੇ ਇਹ ਕੰਮ ਸਟਾਰਟ ਕਰਨਾ, ਠੀਕ ਹੈ। ਕੋਈ ਵੀ ਚੀਜ਼ ਹੋ ਸਕਦੀ ਹੈ, ਠੀਕ ਹੈ, ਠੀਕ ਹੈ ਨਾ ਫਰੈਂਡਸ। ਉਰੇ ਉਹੀ ਲਿਖਿਆ, ਬਟ ਟੂ ਪ੍ਰਮੋਟ ਆ ਮਿਸ਼ਨ ਡੈਟ ਇਨਹੈਂਸ ਦੀ ਪਬਲਿਕ ਵੈਲਫੇਅਰ। ਮੈਂ ਕਿਸੇ ਪਬਲਿਕ ਵੈਲਫੇਅਰ ਲਈ ਕੰਮ ਕਰਨਾ, ਠੀਕ ਹੈ। ਦਿਸ ਆਰਗੇਨਾਈਜੇਸ਼ਨ ਓਫਨ ਦੀ ਐਲੀਜੀਬਲ ਫੋਰ ਟੈਕਸ ਐਗਜ਼ੈਂਪਟ ਸਟੇਟਸ, ਠੀਕ ਹੈ। ਇਹ ਜ਼ਿਆਦਾਤਰ ਐਲੀਜੀਬਲ ਹੁੰਦੇ ਨੇ ਜਿਨ੍ਹਾਂ ਜੋ ਟੈਕਸ ਐਗਜ਼ੈਂਪਟ ਸਟੇਟਸ ਲਈ, ਠੀਕ ਹੈ। ਬਟ ਕੁਛ ਨਹੀਂ ਵੀ ਹੁੰਦੇ, ਠੀਕ ਹੈ। ਕੁਛ ਇਹਨਾਂ ਨੂੰ ਕੁਛ ਕੰਟਰੀਬਿਊਸ਼ਨ ਮਿਲ ਜਾਂਦੀ ਹੈ ਇਹਨਾਂ ਨੂੰ, ਠੀਕ ਹੈ। ਇਹਨਾਂ ਦੇ ਜਿਹੜੇ ਇਨਕਮ ਟੈਕਸ 'ਚੋਂ ਕੁਛ ਮਾਈਨਸ ਹੋ ਜਾਂਦਾ, ਠੀਕ ਹੈ ਨਾ। ਜੋ ਤੁਹਾਨੂੰ ਮੈਂ ਇਨਕਮ ਟੈਕਸ ਕਰਾਵਾਂ ਉਸ 'ਚ ਦੱਸਾਂਗਾ ਤੁਹਾਨੂੰ ਕਿਹੜੀ ਜਿਹੜੀ ਆਪਾਂ ਚੈਰੀਟੇਬਲ ਕੁਛ ਕਰੀਏ ਤਾਂ ਉਹ ਡਿਡਕਸ਼ਨ ਹੋ ਜਾਂਦੀ ਹੈ, ਠੀਕ ਹੈ ਨਾ ਫਰੈਂਡਸ। ਤਾਂ ਇਹ ਉਸਦਾ ਮਕਸਦ ਹੁੰਦਾ ਕਿ ਆਪਾਂ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਖੋਲ੍ਹੀਏ ਅਤੇ ਉਸ ਵਿੱਚ ਆਪਾਂ ਕੋਈ ਪੇਮੈਂਟ ਇਨਵੈਸਟ ਕਰੀਏ, ਉਸ 'ਚ ਪੈਸੇ ਲਗਾਈਏ, ਅਤੇ ਉਸ ਵਿੱਚ ਆਪਾਂ ਜੇ ਉਹਨੂੰ ਆਪਾਂ ਨੇ ਐਕਸਪੈਂਡ ਕਰਨਾ, ਆਪਾਂ ਨੇ ਉਸਦਾ ਇੱਕ ਆਰਗੇਨਾਈਜੇਸ਼ਨ ਕ੍ਰੀਏਟ ਕਰਕੇ ਉਸ ਵਿੱਚੋਂ ਜੇ ਕਿਸੇ ਦਾ ਕੋਈ ਡੋਨੇਟ ਕਰਦਾ, ਉਸ ਵਿੱਚ ਜੇ ਕੋਈ ਰੈਪੂਟੇਸ਼ਨ ਇੱਕ ਆਰਗੇਨਾਈਜੇਸ਼ਨ ਦੀ ਬਣ ਜਾਂਦੀ ਹੈ ਤਾਂ ਉਸ ਵਿੱਚ ਉਹ ਕੋਈ ਡੋਨੇਟ ਵੀ ਕਰ ਸਕਦਾ। ਜੇ ਆਪਾਂ ਇੱਕ ਐਗਜ਼ਾਮਪਲ ਕਰਾਂਗੇ, ਤੈਅ ਕਰਾਂਗੇ, ਕੁਛ ਕੰਮ ਕਰਕੇ ਦਿਖਾਵਾਂਗੇ, ਕੋਈ ਡੋਨੇਸ਼ਨ ਕਰਾਂਗੇ, ਉਸ ਨੂੰ ਆਪਾਂ ਇੱਕ ਵਾਰੀ ਪ੍ਰਮੋਟ ਕਰਾਂਗੇ ਤਾਂ ਕਿ ਲੋਕ ਵੀ ਜੁੜਨ। ਇਕੱਲਾ ਤਾਂ ਇੱਕ ਬੰਦਾ ਕਰ ਨਹੀਂ ਸਕੇਗਾ, ਠੀਕ ਹੈ, ਲੋਕ ਵੀ ਤਾਂ ਜੁੜਨਗੇ ਨਾ। ਜੇ ਲੋਕ ਜੁੜਨਗੇ ਤਾਂ ਹੀ ਗੱਲ ਬਣੇਗੀ,
ਠੀਕ ਹੈ ਨਾ। ਇੱਕ ਬੰਦਾ ਤਾਂ ਨਹੀਂ ਇਕੱਲਾ ਕੋਈ ਕਰ ਸਕਦਾ, ਇੱਕ ਬੰਦਾ ਹੈਲਪ ਕਰ ਦੇਗਾ, ਮਗਰ ਪੂਰੀ ਸੁਸਾਇਟੀ 'ਚ ਜਿਹੜਾ ਉਹਨੇ ਚੇਂਜ ਲਿਆਉਣਾ ਹੈ, ਠੀਕ ਹੈ, ਕਿਸੇ ਦੀ ਹੈਲਪ ਕਰਕੇ ਜਾਂ ਕਿਸੇ ਦੀ ਗਰੀਬ ਬੰਦੇ ਦੀ ਹੈਲਪ ਕਰਕੇ ਜਾਂ ਕਿਸੇ ਵੀ ਆਰਗੇਨਾਈਜੇਸ਼ਨ ਪਬਲਿਕ ਵੈਲਫੇਅਰ ਲਈ ਕਿੱਥੇ ਵੀ ਕੰਮ ਕਰਕੇ, ਠੀਕ ਹੈ। ਭਾਵੇਂ ਤੁਸੀਂ ਲਾ ਲਓ ਕਿ ਮੈਨੇ ਇੱਕ ਸ਼ਹਿਰ ਦੇ ਜਾਂ ਇੰਨੇ ਬੱਚਿਆਂ ਦੇ ਸਕੂਲ ਚੁਣ ਲਏ, ਉਹਨਾਂ 'ਚੋਂ ਜਿੰਨੇ ਵੀ ਗਰੀਬ ਲੋਕ ਹੈ ਜਿਹੜੇ ਫੀਸ ਨਹੀਂ ਦੇ ਪਾ ਰਹੇ, ਉਹਨਾਂ ਦੀ ਮੈਂ ਇੱਕ ਆਰਗੇਨਾਈਜੇਸ਼ਨ ਇਕੱਠੀ ਕਰਤੀ ਅਤੇ ਹਰੇਕ ਮਹੀਨੇ ਦੇ ਵਿੱਚ ਮੈਂ ਪੇਮੈਂਟ ਕਰਾਂਗਾ, ਮੈਂ ਉਹਨਾਂ ਨੂੰ ਫੀਸ ਦੇ ਪੈਸੇ ਮੈਂ ਡੋਨੇਟ ਕਰਾਂਗਾ, ਠੀਕ ਹੈ। ਉਹ ਇਕੱਲਾ ਤਾਂ ਨਹੀਂ ਕਰ ਪਾਏਗਾ, ਉਹਨੂੰ ਬੰਦਿਆਂ ਦੀ ਵੀ ਲੋੜ ਹੋਏਗੀ, ਉਹਦੇ ਲਈ ਆਰਗੇਨਾਈਜੇਸ਼ਨ ਕ੍ਰੀਏਟ ਕਰਦਾ, ਜਿਹਦੇ ਵਿੱਚ ਉਹ ਆਪ ਪਹਿਲੇ ਛੋਟਾ ਕੰਮ ਕਰਦਾ, ਫਿਰ ਉਹਦੀ ਦੀ ਮਾਰਕੀਟਿੰਗ ਕਰਦਾ, ਫਿਰ ਹੌਲੀ ਬਾਕੀ ਲੋਕਾਂ ਤੋਂ ਕੋਈ ਗੱਲ ਪਹੁੰਚਦੀ ਹੈ, ਫਿਰ ਉਹ ਵੀ ਡੋਨੇਟ ਕਰਨਾ ਚਾਹੁੰਦੇ ਨੇ, ਕਿਉਂਕਿ ਹਰੇਕ ਬੰਦਾ ਕਿਸੇ ਨਾ ਕਿਸੇ ਦੀ ਹੈਲਪ ਕਰਨਾ ਚਾਹੁੰਦਾ ਹੁੰਦਾ, ਠੀਕ ਹੈ। ਆਪਣੇ ਪ੍ਰੋਫਿਟ ਤੋਂ ਕੁਛ ਨਾ ਕੁਛ ਤਾਂ ਦੇਗਾ ਹੀ, ਆਪਣੀ ਕੈਪੈਸਿਟੀ ਦੇ ਹਿਸਾਬ ਸੇ, ਠੀਕ ਹੈ। ਉਹਦੇ ਲਈ ਆਪਾਂ ਇੱਕ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਕ੍ਰੀਏਟ ਕਰਦੇ ਹਾਂ। ਫਿਰ ਜਿਹੜਾ ਆਪਾਂ ਇਹ ਸਟਰਕਚਰ ਕ੍ਰੀਏਟ ਕੀਤਾ, ਇਹ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਕਿ ਸਾਨੂੰ ਕਿੰਨੀਆਂ ਡੋਨੇਸ਼ਨਸ ਆ ਰਹੀਆਂ ਨੇ ਅਤੇ ਮੈਂ ਕਿੰਨਾ ਇਨਵੈਸਟ ਕਰ ਰਿਹਾ, ਉਹਦੇ ਲਈ ਮੈਂ ਅਕਾਊਂਟ ਮੇਨਟੇਨ ਕਰਦਾ, ਠੀਕ ਹੈ ਨਾ ਫਰੈਂਡਸ। ਠੀਕ ਹੈ, ਆਪਾਂ ਉਸੇ ਦੀ ਗੱਲ ਕਰ ਰਹੇ ਹਾਂ, ਇਹ ਅਕਾਊਂਟਸ ਦਾ ਹੀ ਪਾਰਟ ਹੈ, ਅਕਾਊਂਟਸ ਸਾਨੂੰ ਦੇਖਣਾ ਪੈਂਦਾ, ਮਗਰ ਇਸ ਵਿੱਚ ਆਪਾਂ ਜਿਹੜੇ ਸਟੇਟਮੈਂਟਸ ਬਣਦੇ ਨੇ ਉਹ ਕੁਛ ਅਲੱਗ ਹੁੰਦੇ ਨੇ। ਆਪਾਂ ਹੁਣ ਦੇਖਾਂਗੇ ਕੀ ਅਲੱਗ ਹੁੰਦੇ ਨੇ, ਠੀਕ ਹੈ ਫਰੈਂਡਸ। ਦੇਖੋ, ਦੋ ਤਰ੍ਹਾਂ ਦੇ ਆਪਣੀ ਐਕਟੀਵਿਟੀਜ਼ ਹੁੰਦੀਆਂ, ਇੱਕ ਤਾਂ ਸਿੰਪਲ ਪ੍ਰੋਫਿਟ ਮੋਟਿਵ ਦੇ ਮੈਂ ਤੁਹਾਨੂੰ ਕਰਾ ਚੁੱਕਾ, ਠੀਕ ਹੈ ਨਾ। ਫਾਈਨੈਂਸ਼ੀਅਲ ਅਕਾਊਂਟਿੰਗ ਕਰਾ ਚੁੱਕਾ, ਆਪਾਂ ਅਕਾਊਂਟਸ ਮੇਨਟੇਨ ਕਰਦੇ ਹਾਂ, ਟ੍ਰਾਇਲ ਬੈਲੈਂਸ ਸਭ ਤੋਂ ਪਹਿਲਾਂ ਮੇਨਟੇਨ ਹੁੰਦਾ, ਠੀਕ ਹੈ। ਜਨਰਲ ਟ੍ਰਾਂਜੈਕਸ਼ਨਸ ਬਣਨ ਤੋਂ ਬਾਅਦ, ਲੈਜਰ ਬਣਨ ਤੋਂ ਬਾਅਦ ਆਪਣੀ ਟ੍ਰਾਇਲ ਬੈਲੈਂਸ ਮੇਨਟੇਨ ਹੁੰਦੀ ਹੈ। ਟ੍ਰਾਇਲ ਬੈਲੈਂਸ ਤੋਂ ਬਾਅਦ ਆਪਾਂ ਫਿਰ ਕੀ ਮੇਨਟੇਨ ਕਰਦੇ ਹਾਂ, ਟ੍ਰੇਡਿੰਗ ਐਂਡ PL ਅਕਾਊਂਟ ਐਂਡ ਬੈਲੈਂਸ ਸ਼ੀਟ, ਠੀਕ ਹੈ। PL ਅਕਾਊਂਟ ਸਾਡਾ ਨੈਟ ਪ੍ਰੋਫਿਟ ਪਤਾ ਲੱਗਦਾ, ਬੈਲੈਂਸ ਸ਼ੀਟ ਸਾਡੀ ਫਾਈਨੈਂਸ਼ੀਅਲ ਪੋਜੀਸ਼ਨ ਪਤਾ ਲੱਗ ਜਾਂਦੀ ਹੈ, ਠੀਕ ਹੈ। ਮਗਰ ਦੂਜਾ ਕਿਹੜਾ ਹੋ ਗਿਆ ਪਾਰਟ ਟਾਈਪ ਆਫ ਐਕਟੀਵਿਟੀ ਦਾ, ਸੋਸ਼ਲ ਸਰਵਿਸ ਕੀ ਹੋਏਗਾ, ਇਸ 'ਚ ਵੀ ਟ੍ਰਾਇਲ ਬੈਲੈਂਸ ਮੇਨਟੇਨ ਹੋਏਗਾ, ਠੀਕ ਹੈ। ਇਸ 'ਚ ਟ੍ਰਾਇਲ ਬੈਲੈਂਸ ਮੇਨਟੇਨ ਹੋਏਗਾ, ਮਗਰ ਜਿਹੜਾ ਸੈਕਿੰਡ ਸਟੈਪ ਹੋਏਗਾ ਨਾ, ਉਸ 'ਚ ਮੇਰੀ ਰਿਸਿਪਟ ਅਤੇ ਪੇਮੈਂਟ ਦੀ ਗੱਲ ਆਏਗੀ, ਠੀਕ ਹੈ। ਇਸ 'ਚ ਮੇਰੀ ਰਿਸਿਪਟ ਅਤੇ ਪੇਮੈਂਟ ਦੀ ਗੱਲ ਆਏਗੀ, ਠੀਕ ਹੈ। ਉਹ ਟ੍ਰੇਡਿੰਗ ਦੀ ਅਕਾਊਂਟ ਦੀ ਗੱਲ ਨਹੀਂ ਆਏਗੀ, ਰਿਸਿਪਟਸ ਅਤੇ ਪੇਮੈਂਟ ਮੈਨੂੰ ਅਕਾਊਂਟ ਬਣਾਉਣਾ ਪੈਣਾ, ਠੀਕ ਹੈ, ਰਿਸਿਪਟ ਅਤੇ ਪੇਮੈਂਟ ਦਾ, ਠੀਕ ਹੈ। ਉਹਦੇ ਰਿਸਿਪਟਸ ਹੋ ਗਈਆਂ, ਉਹਦੇ ਪੇਮੈਂਟਸ ਹੋ ਗਈਆਂ, ਠੀਕ ਹੈ। ਉਹਦੇ ਰਿਸਿਪਟਸ ਪੇਮੈਂਟਸ ਕਿਹੜੀਆਂ ਹੋਣਗੀਆਂ, ਮੈਨੂੰ ਕੋਈ ਡੋਨੇਸ਼ਨ ਆਈ ਹੈ, ਮੈਨੂੰ ਕੋਈ ਸਬਸਕ੍ਰਿਪਸ਼ਨ ਆਈ ਹੈ, ਉਹ ਤੁਹਾਨੂੰ ਮੈਂ ਅੱਗੇ ਦੱਸਾਂਗਾ ਕੀ ਪਾਰਟ ਰਿਸਿਪਟਸ ਦੇ ਹੋ ਸਕਦੇ ਹੈ। ਪੇਮੈਂਟਸ ਦੇ ਕੀ ਹੋਣਗੇ, ਪੇਮੈਂਟ ਸੇਮ ਹੋ ਸਕਦੇ ਆ, ਜੋ ਅਕਾਊਂਟਿੰਗ ਵਿੱਚ ਸੀ, ਠੀਕ ਹੈ ਨਾ, ਜੋ ਅਕਾਊਂਟਿੰਗ ਵਿੱਚ ਸੀ ਉਸੇ ਤਰ੍ਹਾਂ ਦੇ ਪੇਮੈਂਟਸ ਉਰੇ ਹੋ ਸਕਦੇ ਆ, ਕਿਉਂਕਿ ਖਰਚੇ ਇੱਕ ਤਰ੍ਹਾਂ ਨਾਲ ਨੇਚਰ ਜ਼ਿਆਦਾ ਇਹਨਾਂ ਦੀ ਚੇਂਜ ਨਹੀਂ ਆਉਂਦਾ। ਕੋਈ ਰੈਂਟ ਪੇ ਕਰ ਰਹੇ ਹੋ, ਕੋਈ ਫੀਸ ਪੇ ਕਰ ਰਹੇ ਹੋ, ਕੁਛ ਵੀ ਪੇ ਕਰ ਰਹੇ ਹੋ, ਠੀਕ ਹੈ, ਉਸ 'ਚ ਚੇਂਜ ਨਹੀਂ ਆਉਂਦਾ, ਰਿਸਿਪਟ 'ਚ ਜ਼ਰੂਰ ਚੇਂਜ ਆਉਂਦਾ, ਠੀਕ ਹੈ। ਰਿਸਿਪਟ ਇੱਕ ਨੇਚਰ ਤੈਅ ਕਰਦਾ ਉਸ ਆਰਗੇਨਾਈਜੇਸ਼ਨ ਦਾ, ਤਾਂ ਉਸ ਵਿੱਚ ਅਲੱਗ-ਅਲੱਗ ਅਕਾਊਂਟਸ ਆਪਾਂ ਨੂੰ ਦੇਖਣੇ ਪੈਂਦੇ ਨੇ, ਉਹਦੀ ਜਿਹੜੀ ਟ੍ਰਾਂਜੈਕਸ਼ਨਸ ਹੁੰਦੀਆਂ। ਜ਼ਿਆਦਾਤਰ ਇਹਨਾਂ 'ਚ 5-6 ਪਾਰਟ ਨੇ ਜੋ ਹਮੇਸ਼ਾ ਉਹ ਕੀ ਹੁੰਦੇ ਰਹਿੰਦੇ ਨੇ, ਰਿਪੀਟ ਹੁੰਦੇ ਰਹਿੰਦੇ ਨੇ, ਠੀਕ ਹੈ। ਕਿਉਂਕਿ ਜੇ ਕੋਈ ਸਬਸਕ੍ਰਿਪਸ਼ਨ ਆ ਰਹੀ ਹੈ ਹਰੇਕ ਮਹੀਨੇ ਦੇ ਐਂਡ ਵਿੱਚ ਮਿਲੇਗੀ ਸਾਨੂੰ, ਠੀਕ ਹੈ, ਜਾਂ ਸ਼ੁਰੂਆਤ ਵਿੱਚ ਮਿਲੇਗੀ, ਠੀਕ ਹੈ ਨਾ। ਅਤੇ ਕੋਈ ਸਪੈਸੀਫਿਕ ਡੋਨੇਸ਼ਨ ਆ ਰਹੀ ਹੈ, ਉਹਦੇ ਬਾਰੇ ਰਿਸਿਪਟ ਸਾਈਡ ਆਏਗਾ, ਕੋਈ ਡੋਨੇਸ਼ਨ ਆਏਗੀ, ਕੁਛ ਆਏਗਾ, ਉਹ ਸਾਰੇ ਰਿਸਿਪਟ ਸਾਈਡ ਆਏਗਾ, ਠੀਕ ਹੈ। ਉਹ ਕਿਵੇਂ ਆਏਗਾ ਤੁਹਾਨੂੰ ਮੈਂ ਅੱਗੇ ਦੱਸਾਂਗਾ, ਫਿਲਹਾਲ ਤੁਸੀਂ ਇੰਨਾ ਸਮਝੋ। ਜੋ ਅਸੀਂ ਰਿਸਿਪਟਸ ਪੇਮੈਂਟ ਬਣਾ ਲਈਆਂ, ਉਸ ਤੋਂ ਮੈਨੂੰ ਰਿਸਿਪਟਸ ਜਿਹੜੀ ਪੇਮੈਂਟਸ ਆਈਆਂ, ਇਹ ਤਾਂ ਮੈਨੂੰ ਸਿਰਫ ਇੰਨਾ ਪਤਾ ਲੱਗਿਆ ਕਿ ਇਹ ਪੈਸਾ ਮੇਰੇ ਗੱਲੇ ਵਿੱਚ ਆਇਆ, ਯਾਨੀ ਕਿ ਆਰਗੇਨਾਈਜੇਸ਼ਨ ਦੇ ਇੱਕ ਅਕਾਊਂਟ ਵਿੱਚ ਆਇਆ। ਮੇਰੇ ਕਹਿਣ ਦਾ ਸਿਰਫ ਤੁਹਾਨੂੰ ਸਿੰਪਲ ਵਿੱਚ ਸਮਝਾਉਣ ਦਾ ਮਤਲਬ ਇਹ ਹੈ ਕਿ ਰਿਸਿਪਟਸ ਮਤਲਬ ਕਿੰਨਾ ਪੈਸਾ ਮੇਰੇ ਕੋਲ ਆਇਆ ਅਤੇ ਪੇਮੈਂਟਸ ਮੇਰੀ ਕਿੰਨੀ ਗਈਆਂ, ਠੀਕ ਹੈ। ਇਹ ਤਾਂ ਮੇਰਾ ਇੱਥੋਂ ਦਾ ਮੈਨੂੰ ਇਹ ਪਤਾ ਲੱਗੇਗਾ। ਮਗਰ ਰਿਸਿਪਟਸ ਵਿੱਚ ਕਿਹੜੀ ਮੇਰੀ ਇਨਕਮ ਨੇਚਰ ਦੀ ਹੈ, ਠੀਕ ਹੈ ਨਾ, ਕਿਹੜੀ ਮੇਰੀ ਇਨਕਮ ਨੇਚਰ ਦੀ ਹੈ ਅਤੇ ਕਿਹੜੀ ਮੇਰੀ ਬੈਲੈਂਸ ਸ਼ੀਟ ਵਿੱਚ ਲਾਇਬਿਲਟੀਜ਼ 'ਚ ਜਾਂ ਲਾਇਬਿਲਟੀ ਸਾਈਡ ਦੀ ਹੈ, ਉਹ ਤਾਂ ਮੈਨੂੰ ਤਦ ਪਤਾ ਲੱਗੇਗਾ ਨਾ ਜਦ ਮੈਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਬਣਾਵਾਂਗਾ, ਠੀਕ ਹੈ ਨਾ। ਇਸ ਵਿੱਚ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਬਣਦਾ, PL ਅਕਾਊਂਟ ਨਹੀਂ ਬਣਦਾ। ਇਸ ਵਿੱਚ ਮੈਂ ਇਨਕਮ ਅਤੇ ਐਕਸਪੈਂਡੀਚਰ ਅਕਾਊਂਟ ਬਣਾਉਣਾ, ਠੀਕ ਹੈ ਨਾ। ਜਿਹੜੀ ਰਿਸਿਪਟਸ ਹੈ ਉਸਦਾ ਮੈਨੂੰ ਛਾਨਣਾ ਤਾਂ ਪਏਗਾ ਨਾ, ਇਹ 'ਚੋਂ ਕਿਹੜੀ ਮੇਰੀ ਇਨਕਮ ਹੈ ਬਾਕੀ, ਠੀਕ ਹੈ। ਜੇ ਇਨਕਮ ਨਹੀਂ ਹੈ ਤਾਂ ਕੀ ਹੋ ਜਾਂਦਾ, ਮੇਰੀ ਲਾਇਬਿਲਟੀ ਹੋ ਜਾਂਦੀ ਹੈ। ਤੁਹਾਨੂੰ ਮੈਂ ਕਰਾਇਆ ਸੀ PL ਅਕਾਊਂਟ 'ਚ ਆਪਾਂ ਕੀ ਦੇਖਿਆ ਸੀ, PL ਅਕਾਊਂਟ 'ਚ ਆਪਾਂ ਦੇਖਿਆ ਸੀ ਨਾ ਕਿ ਜੋ ਮੇਰੀ ਐਕਸਪੈਂਸ ਨਹੀਂ ਹੈ ਉਹ ਮੇਰਾ ਕਿੱਥੇ ਚਲਾ ਜਾਂਦਾ, ਬੈਲੈਂਸ ਸ਼ੀਟ ਵਿੱਚ ਐਸਟ ਸਾਈਡ ਚਲਾ ਜਾਂਦਾ, ਠੀਕ ਹੈ। ਜੋ ਮੇਰੀ ਲਾਇਬਿਲਟੀ ਨਹੀਂ ਹੈ ਉਹ ਕਿੱਥੇ ਚਲਾ ਜਾਂਦਾ, ਜੋ ਮੇਰੀ ਇੰਟਰੈਕਟ ਇਨਕਮ ਨਹੀਂ ਹੈ, ਉਰੇ ਇੰਟਰੈਕਟ ਇਨਕਮਸ ਆਉਂਦੀ ਹੈ ਨਾ, ਉਹ ਕਿੱਥੇ ਚਲਾ ਜਾਂਦਾ, ਲਾਇਬਿਲਟੀ ਸਾਈਡ ਚਲਾ ਜਾਂਦਾ। ਸੋ ਆਪਾਂ ਉਰੇ ਵੀ ਹੀ ਦੇਖਣਾ, ਠੀਕ ਹੈ। ਜੋ ਆਪਾਂ ਦੀ ਰਿਸਿਪਟਸ ਆਈਆਂ, ਜਿੰਨੇ ਵੀ ਸਾਡੀ ਰਿਸਿਪਟਸ ਆਈਆਂ, ਉਹਨੂੰ ਛਾਨਣਾ ਪਏਗਾ। ਛਾਣ ਕੇ ਆਪਾਂ ਉਹਦਾ ਇੱਕ ਅਕਾਊਂਟ ਬਣਾਵਾਂ, ਇਨਕਮ ਐਕਸਪੈਂਡੀਚਰ, ਠੀਕ ਹੈ। ਇਨਕਮ ਐਕਸਪੈਂਡੀਚਰ ਜਿਹੜੀ ਰਿਸਿਪਟਸ ਹੈ ਉਹਨੂੰ ਛਾਨਣਾਗੇ, ਉਹ 'ਚੋਂ ਕਿਹੜੀ ਇਨਕਮ ਦੀ ਉਹ ਇਨਕਮ 'ਚ ਪਾ ਦਾਂਗੇ, ਜਿਹੜੀ ਬੈਲੈਂਸ ਸ਼ੀਟ 'ਚ ਆ ਸਕਣਗੇ ਭਾਵੇਂ ਉਹ ਲਾਇਬਿਲਟੀ ਸਾਈਡ ਪਾ ਦਾਂਗੇ, ਠੀਕ ਹੈ। ਅਤੇ ਪੇਮੈਂਟਸ ਦੇਖਾਂਗੇ ਆਪਾਂ ਕਿਹੜੀ ਐਕਸਪੈਂਡੀਚਰ ਦੀ ਨੇਚਰ ਦੀਆਂ ਉਹ ਪਾ ਦਾਂਗੇ, ਜੇ ਉਹ ਨਹੀਂ ਹੈ ਤਾਂ ਉਹਨੂੰ ਕਿੱਥੇ ਪਾ ਦਾਂਗੇ, ਐਸਟ ਸਾਈਡ ਪਾ ਦਾਂਗੇ। ਇਹ 'ਚ ਬੈਲੈਂਸ ਸ਼ੀਟ ਤਾਂ ਸੇਮ ਹੀ ਕ੍ਰੀਏਟ ਹੋਏਗਾ, ਠੀਕ ਹੈ। ਮਗਰ ਫਰਕ ਕਿੱਥੇ ਆ ਜਾਏਗਾ, ਉਰੇ ਮੇਰਾ ਕੀ ਕ੍ਰੀਏਟ ਹੋ ਰਿਹਾ, ਰਿਸਿਪਟਸ ਐਂਡ ਪੇਮੈਂਟ, ਉਸ ਤੋਂ ਬਾਅਦ ਇਨਕਮ ਐਕਸਪੈਂਡੀਚਰ। ਜੇ MCQ 'ਚ ਪੁੱਛ ਲਿਆ ਜਾਵੇ, ਠੀਕ ਹੈ, ਅਤੇ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਅਤੇ ਇਸ ਵਿੱਚ ਕੀ ਫਰਕ ਹੈ, ਇਸ ਵਿੱਚ ਇਹੀ ਫਰਕ ਹੈ, ਉਰੇ ਟ੍ਰੇਡਿੰਗ ਅਕਾਊਂਟ PL ਅਕਾਊਂਟ ਦੀ ਜਗ੍ਹਾ ਰਿਸਿਪਟਸ ਐਂਡ ਪੇਮੈਂਟ
ਤੇ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਬਣਦਾ। ਠੀਕ ਹੈ ਫਰੈਂਡਸ, ਹੁਣ ਆਪਾਂ ਦੇਖਾਂਗੇ ਕਿਹੜੇ ਕਿਹੜੇ ਨੇਚਰ ਦੇ ਹੋ ਸਕਦੇ ਨੇ। ਠੀਕ ਹੈ ਫਰੈਂਡਸ, ਥੋੜਾ ਬਰੀਕ ਹੈ ਟੈਕਸਟ, ਮਗਰ ਤੁਸੀਂ ਮੇਰੇ ਨਾਲ ਚੱਲਿਓ, ਤੁਹਾਨੂੰ ਪਤਾ ਲੱਗ ਜਾਏਗਾ। ਹੁਣ ਮੈਂ ਰਿਸਿਪਟ ਸਾਈਡ ਦੇਖ ਰਿਹਾ। ਠੀਕ ਹੈ, ਮੈਂ ਕਿਹੜੀ ਸਾਈਡ ਦੇਖ ਰਿਹਾ? ਰਿਸਿਪਟ ਸਾਈਡ। ਤੁਹਾਨੂੰ ਮੈਂ ਇੱਕ ਇੱਕ ਨੇਚਰ ਦੱਸਾਂਗਾ ਕਿ ਰਿਸਿਪਟ ਸਾਈਡ ਕਿਹੜੀ ਕਿਹੜੀ ਟ੍ਰਾਂਜੈਕਸ਼ਨਸ ਆ ਸਕਦੀਆਂ। ਠੀਕ ਹੈ, ਤੇ ਆਪਾਂ ਅੱਗੇ ਇਨਕਮ ਐਕਸਪੈਂਡੀਚਰ ਅਕਾਊਂਟ ਵੀ ਦੇਖਾਂਗੇ। ਠੀਕ ਹੈ, ਪਹਿਲੇ ਆਪਾਂ ਗੱਲ ਕਰਦੇ ਹਾਂ ਸਬਸਕ੍ਰਿਪਸ਼ਨ। ਠੀਕ ਹੈ, ਸਾਡੇ ਆਰਗੇਨਾਈਜੇਸ਼ਨ 'ਚ ਕਿਸੇ ਨੇ ਸਬਸਕ੍ਰਿਪਸ਼ਨ ਲਿੱਤੀ, ਉਹਦੀ ਫੀਸ ਹੁੰਦੀ ਹੈ। ਠੀਕ ਹੈ ਨਾ, ਕੋਈ ਸਬਸਕ੍ਰਿਪਸ਼ਨ ਲਿੱਤੀ ਸਾਡੇ ਅਕਾਊਂਟ 'ਚ, ਸਾਡਾ ਆਰਗੇਨਾਈਜੇਸ਼ਨ ਇੱਕ ਰੈਪੂਟੇਸ਼ਨ ਅੱਛੀ ਬਣ ਚੁੱਕੀ, ਉਹਦੀ ਡੋਨੇਸ਼ਨ ਅੱਛੀ ਆਉਂਦੀ ਹੈ, ਅਤੇ ਇਫੈਕਟਿਵ ਕੰਮ ਹੁੰਦਾ, ਅਤੇ ਲੋਕ ਵੀ ਆ ਕੇ ਜੁੜਨਗੇ ਸਾਡੇ ਨਾਲ, ਤਾਂ ਉਹਦੇ ਲਈ ਸਬਸਕ੍ਰਿਪਸ਼ਨ ਹੁੰਦੀ ਹੈ। ਠੀਕ ਹੈ ਨਾ, ਆਏਗਾ ਕੋਈ, ਉਹਦਾ ਪਾਰਟ ਬਣੇਗਾ, ਉਹਦੇ ਨੂੰ ਸਬਸਕ੍ਰਿਪਸ਼ਨ ਤਾਂ ਲੈਣੀ ਪਏਗੀ। ਠੀਕ ਹੈ, ਤਾਂ ਕੈਸ਼ ਅਕਾਊਂਟ ਡੈਬਿਟ, ਮੇਰੇ ਕੋਲ ਪੈਸਾ ਆ ਰਿਹਾ, ਯਾਨੀ ਕਿ ਸਬਸਕ੍ਰਿਪਸ਼ਨ ਆ ਰਹੀ ਹੈ, ਜੋ ਮੈंने ਇੱਕ ਤੈਅ ਕੀਤੀ ਹੈ ਕਿ ਇੰਨੀ ਅਮਾਊਂਟ ਦੀ ਮੇਰੀ ਸਬਸਕ੍ਰਿਪਸ਼ਨ ਹੈ। ਠੀਕ ਹੈ, ਮੇਰੇ ਇਸ ਆਰਗੇਨਾਈਜੇਸ਼ਨ ਦਾ ਪਾਰਟ ਬਣਨ ਦੀ ਇੰਨੀ ਸਬਸਕ੍ਰਿਪਸ਼ਨ ਹੈ, ਤਾਂ ਕੀ ਹੋ ਜਾਏਗਾ? ਕੈਸ਼ ਅਕਾਊਂਟ ਡੈਬਿਟ ਟੂ ਸਬਸਕ੍ਰਿਪਸ਼ਨ ਅਕਾਊਂਟ। ਠੀਕ ਹੈ, ਟੂ ਸਬਸਕ੍ਰਿਪਸ਼ਨ ਅਕਾਊਂਟ। ਉਰੇ ਮੈਂ ਕੈਸ਼ ਅਕਾਊਂਟ, ਆਪਾਂ ਅਕਾਊਂਟਿੰਗ 'ਚ ਕੀ ਕਰਦੇ ਹੁੰਦੇ ਸੀ? ਕੈਸ਼ ਅਕਾਊਂਟ ਕ੍ਰੀਏਟ ਕਰਦੇ ਸੀ। ਮੈਂ ਉਰੇ ਕੀ ਕਰਾਂਗੇ? ਆਪਾਂ ਜਿੰਨੀਆਂ ਵੀ ਸਬਸਕ੍ਰਿਪਸ਼ਨ ਆ ਰਹੀ ਹੈ, ਠੀਕ ਹੈ, ਜਿੰਨੀਆਂ ਸਬਸਕ੍ਰਿਪਸ਼ਨ ਆ ਰਹੀ, ਉਹਦਾ ਮੈਂ ਟੋਟਲ ਇੱਕ ਕੀ ਕਹਿ ਦਾਂਗਾ, ਮੇਰੇ ਕੋਲ ਇੰਨੀਆਂ ਰਿਸਿਪਟਸ ਆ ਰਹੀਆਂ। ਠੀਕ ਹੈ, ਇੰਨੀਆਂ ਮੇਰੀਆਂ ਰਿਸਿਪਟਸ ਆ ਰਹੀਆਂ, ਟੋਟਲ ਰਿਸਿਪਟਸ ਆ ਰਹੀਆਂ। ਉਹਨੂੰ ਮੈਂ ਟੋਟਲ ਬਣਾ ਕੇ ਲਿਖ ਦਾਂ ਕਿ ਇੰਨੀ ਮੇਰੀ ਰਿਸਿਪਟਸ ਆ ਰਹੀਆਂ, ਤਾਂ ਹੁਣ ਮੈਂ ਕਿੱਥੇ ਲਿਖ ਦਾਂਗਾ? ਮੇਰੀ ਰਿਸਿਪਟ ਸਾਈਡ ਟੂ ਸਬਸਕ੍ਰਿਪਸ਼ਨ। ਠੀਕ ਹੈ ਨਾ, ਰਿਸਿਪਟਸ ਤਾਂ ਮੈਂ ਲਿਖਾਂਗਾ ਨਹੀਂ, ਕਿਉਂਕਿ ਮੈਂ ਉਸਦਾ ਹੀ ਅਕਾਊਂਟ ਕ੍ਰੀਏਟ ਕਰ ਰਿਹਾ, ਉਹਦੇ ਵਿੱਚ ਹੀ ਲਿਖ ਰਿਹਾ। ਤੁਹਾਨੂੰ ਮੈਂ ਲੈਜਰ ਸਮਝਾਇਆ ਸੀ, ਉਹ ਜਿੱਦਾਂ ਉਹਦੇ ਨਾਲ ਰਿਲੇਸ਼ਨ ਹੁੰਦਾ, ਉੱਥੇ ਮੈਂ ਲਿਖ ਦਾਂਗਾ ਟੂ ਸਬਸਕ੍ਰਿਪਸ਼ਨ। ਠੀਕ ਹੈ ਫਰੈਂਡਸ, ਅਤੇ ਆਪਾਂ ਕੈਸ਼ ਅਕਾਊਂਟ ਦਾ ਪਤਾ ਲੱਗ ਗਿਆ ਸਾਨੂੰ ਕਿ ਆਪਾਂ ਰਿਸਿਪਟ ਸਾਈਡ ਪਾ ਦੇਣਾ। ਠੀਕ ਹੈ, ਜਿਹੜੀ ਸਬਸਕ੍ਰਿਪਸ਼ਨ ਹੈ, ਸਬਸਕ੍ਰਿਪਸ਼ਨ ਕੀ ਹੈ ਆਪਣੀ? ਦੱਸੋ। ਸਬਸਕ੍ਰਿਪਸ਼ਨ ਮਤਲਬ ਕਿ ਕਿਸੇ ਨੇ ਸਬਸਕ੍ਰਾਈਬ ਕੀਤਾ, ਸਾਡੀ ਪੇਮੈਂਟ, ਸਾਡੀ ਆਰਗੇਨਾਈਜੇਸ਼ਨ ਨਾਲ ਜੁੜਿਆ, ਉਹਦੀ ਇੱਕ ਫੀਸ ਪੇ ਕੀਤੀ ਉਸਨੇ। ਕਿਉਂ ਪੇ ਕੀਤੀ ਉਸਨੇ? ਕਿਉਂਕਿ ਉਹ ਸਾਡੇ ਆਰਗੇਨਾਈਜੇਸ਼ਨ ਦਾ ਪਾਰਟ ਬਣਨਾ ਚਾਹੁੰਦਾ। ਅਸੀਂ ਕੋਈ ਵੀ ਐਕਟੀਵਿਟੀ ਕਰਾਂਗੇ, ਉਹਦਾ ਉਹ ਪਾਰਟ ਬਣਨਾ ਚਾਹੁੰਦਾ। ਠੀਕ ਹੈ, ਠੀਕ ਹੈ ਨਾ, ਸਾਡੀ ਕੋਈ ਐਕਟੀਵਿਟੀ ਆ, ਅਸੀਂ ਕੁਛ ਉਹਨਾਂ ਤੋਂ ਉਹਨਾਂ ਨਾਲ ਆਪਣਾ ਐਕਟੀਵਿਟੀ ਦਾ ਕੰਮ ਵੀ ਕਰਾਂਗੇ ਨਾਲ ਨਾਲ। ਠੀਕ ਹੈ, ਇੱਕ ਸੁਸਾਇਟੀ ਬਣ ਗਈ, ਇੱਕ ਆਰਗੇਨਾਈਜੇਸ਼ਨ ਬਣ ਗਿਆ, ਤਾਂ ਉਹਦੀ ਇੱਕ ਫੀਸ ਹੁੰਦੀ ਹੈ, ਕਿਉਂਕਿ ਉਸਦੇ ਖਰਚੇ ਵੀ ਤਾਂ ਹੁੰਦੇ ਆ ਨਾ, ਉਹਨੂੰ ਕੁਝ ਐਸੇ ਫੈਸਿਲਿਟੀਜ਼ ਵੀ ਤਾਂ ਪ੍ਰੋਵਾਈਡ ਕਰਾਂਗੇ। ਠੀਕ ਹੈ ਨਾ, ਤਾਂ ਉਹਦਾ ਕਿੱਥੇ ਆ ਜਾਏਗਾ? ਸਬਸਕ੍ਰਿਪਸ਼ਨ ਕਿੱਥੇ ਆਉਣਗੇ? ਇਹ ਮੇਰੀ ਕੀ ਹੋਏਗੀ? ਇੱਕ ਤਰ੍ਹਾਂ ਦੀ ਆਰਗੇਨਾਈਜੇਸ਼ਨ ਦਾ ਕੀ ਹੋਏਗਾ? ਸਬਸਕ੍ਰਿਪਸ਼ਨ। ਜ਼ਿਆਦਾਤਰ ਮੇਰੀ ਉਹ ਇਨਕਮ ਹੁੰਦੀ ਹੈ। ਠੀਕ ਹੈ, ਇਨਕਮ ਕਿਹੜੀ ਸਾਈਡ ਆਉਂਦੀ ਹੈ? ਇਨਕਮ ਐਕਸਪੈਂਡੀਚਰ ਵਿੱਚ ਕ੍ਰੈਡਿਟ ਸਾਈਡ। ਠੀਕ ਹੈ, ਕ੍ਰੈਡਿਟ ਸਾਈਡ ਆ ਜਾਏਗੀ। ਠੀਕ ਹੈ ਨਾ ਫਰੈਂਡਸ, ਬਾਏ ਸਬਸਕ੍ਰਿਪਸ਼ਨ। ਠੀਕ ਹੈ ਫਰੈਂਡਸ, ਉਰੇ ਆ ਜਾਏਗੀ। ਠੀਕ ਹੈ ਨਾ ਫਰੈਂਡਸ, ਸਬਸਕ੍ਰਿਪਸ਼ਨ ਜ਼ਿਆਦਾਤਰ ਮੇਰੀ ਇਨਕਮ ਹੀ ਹੋਏਗੀ। ਮੇਰੇ ਕੋਲ ਪੈਸਾ ਆ ਰਿਹਾ, ਤਾਂ ਮੇਰੀ ਇੱਕ ਤਰ੍ਹਾਂ ਦੀ ਇਨਕਮ ਹੈ। ਇੱਕ ਤਰ੍ਹਾਂ ਦੀ ਇਹ ਹੁੰਦੀ ਹੈ ਮੇਰੇ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਵਿੱਚ। ਰਿਸਿਪਟਸ ਵਾਲੀ ਸਾਈਡ ਦੱਸ ਰਿਹਾ ਤੁਹਾਨੂੰ ਮੈਂ। ਠੀਕ ਹੈ, ਹੋਰ ਕੀ ਕੀ ਹੋ ਸਕਦਾ? ਐਂਟਰੈਂਸ ਫੀਸ। ਠੀਕ ਹੈ, ਐਡਮਿਸ਼ਨ ਫੀਸ ਹੋ ਸਕਦੀ ਹੈ। ਕੈਸ਼ ਅਕਾਊਂਟ ਡੈਬਿਟ ਟੂ ਐਂਟਰੈਂਸ ਫੀਸ। ਠੀਕ ਹੈ, ਕੈਸ਼ ਤਾਂ ਉਹੀ ਰਿਸਿਪਟ ਸਾਈਡ ਪਾ ਦਾਂਗੇ ਟੂ ਐਂਟਰੈਂਸ ਫੀਸ। ਠੀਕ ਹੈ, ਅਤੇ ਐਂਟਰੈਂਸ ਫੀਸ ਨੂੰ ਅੱਗੇ ਆਪਾਂ ਕਿੱਥੇ ਪਾ ਦਾਂਗੇ? ਦੋ ਤਰ੍ਹਾਂ ਨਾਲ ਹੋ ਸਕਦਾ ਐਂਟਰੈਂਸ ਫੀਸ, ਜਾਂ ਤਾਂ ਇਨਕਮ ਐਕਸਪੈਂਡੀਚਰ ਅਕਾਊਂਟ 'ਚ ਕ੍ਰੈਡਿਟ ਕਰਾਂਗੇ, ਜਾਂ ਤਾਂ ਜਿਹੜੀ ਐਂਟਰ ਫੀਸ ਆ ਰਹੀ ਹੈ ਉਸ 'ਚੋਂ ਮੈਂ ਕੁਝ ਕੈਪੀਟਲਾਈਜ਼ ਕਰ ਲਾਂਗਾ। ਠੀਕ ਹੈ, ਅੱਗੇ ਇਨਵੈਸਟ ਕਰਨ ਲਈ ਮੈਂ ਕੈਪੀਟਲਾਈਜ਼ ਕਰ ਲਾਂਗਾ। ਠੀਕ ਹੈ, ਇਨਵੈਸਟ ਕਰਨ ਲਈ ਕੈਪੀਟਲਾਈਜ਼ ਕਰ ਲਾਂਗਾ। ਜੇ ਮੈਂ ਇਨਕਮ ਐਕਸਪੈਂਡੀਚਰ 'ਚ ਪਾ ਰਿਹਾ ਤਾਂ ਨੋਰਮਲ ਪਾ ਦਾਂਗਾ ਉਰੇ ਐਂਟਰੈਂਸ ਫੀਸ। ਠੀਕ ਹੈ, ਉਰੇ ਨੋਰਮਲ ਪਾ ਦਾਂਗਾ ਐਂਟਰੈਂਸ ਫੀਸ ਇਨਕਮ ਐਕਸਪੈਂਡੀਚਰ 'ਚ। ਜੇ ਮੈਂ ਕੈਪੀਟਲਾਈਜ਼ ਕਰ ਰਿਹਾ ਤਾਂ ਮੈਨੂੰ ਕੈਪੀਟਲ ਫੰਡ ਬਣਾਉਣਾ ਪਏਗਾ। ਠੀਕ ਹੈ, ਇੱਕ ਕੈਪੀਟਲ ਫੰਡ ਅਕਾਊਂਟ ਬਣਾਉਣਾ ਪੈਣਾ। ਠੀਕ ਹੈ, ਉਸ ਤੋਂ ਇਲਾਵਾ ਹੋਰ ਕੀ ਕੀ ਹੋ ਸਕਦਾ ਹੈ? ਡੋਨੇਸ਼ਨਸ ਨੋਰਮਲ, ਜਿਹਦੀ ਤਾਂ ਆਪਾਂ ਗੱਲ ਕਰ ਹੀ ਰਹੇ ਹਾਂ, ਉਹ ਕਿਸ 'ਚ ਆਉਂਦੀਆਂ? ਕੈਸ਼ 'ਚ ਆ ਰਹੀਆਂ। ਜੇ ਕੈਸ਼ 'ਚ ਆ ਰਹੀਆਂ ਟੂ ਡੋਨੇਸ਼ਨਸ। ਜੇ ਸਿੰਪਲ ਡੋਨੇਸ਼ਨ ਹੈ, ਕੋਈ ਸਪੈਸੀਫਿਕ ਡੋਨੇਸ਼ਨ ਵੀ ਹੁੰਦੀ ਹੈ, ਕੋਈ ਅਸੀਂ ਕੰਮ ਸ਼ੁਰੂ ਕੀਤਾ, ਉਹਦੀ ਕੋਈ ਸਪੈਸੀਫਿਕ ਡੋਨੇਸ਼ਨ ਵੀ ਆ ਰਹੀ ਹੈ। ਜੇ ਕੋਈ ਸਪੈਸੀਫਿਕ ਆ ਰਹੀ ਹੈ, ਉਹਨੂੰ ਮੈਂ ਸਿੰਪਲ ਵਿੱਚ ਤਾਂ ਨਹੀਂ ਮੈਂ ਉਹਨੂੰ ਮਿਕਸ ਕਰ ਸਕਦਾ, ਉਹਨੂੰ ਮੈਨੂੰ ਅਲੱਗ ਦਿਖਾਉਣਾ ਪਏਗਾ ਟੂ ਸਪੈਸੀਫਿਕ ਡੋਨੇਸ਼ਨਸ। ਠੀਕ ਹੈ, ਟੂ ਸਪੈਸੀਫਿਕ ਡੋਨੇਸ਼ਨ। ਜੇ ਸਿੰਪਲ ਹੈ ਤਾਂ ਉਹ ਤਾਂ ਇਨਕਮ ਵਿੱਚ ਆ ਜਾਏਗੀ। ਠੀਕ ਹੈ, ਔਰ ਇਹਲੀ ਸਾਈਡ ਆ ਜਾਏਗੀ। ਜੇ ਸਪੈਸੀਫਿਕ ਹੈ ਡੋਨੇਸ਼ਨ, ਤਾਂ ਉਹ ਮੇਰੀ ਇਨਕਮ ਸਾਈਡ ਤਾਂ ਨਹੀਂ ਆਏਗੀ, ਕਿਉਂਕਿ ਮੈंने ਇੱਕ ਸਪੈਸੀਫਿਕ ਡੋਨੇਸ਼ਨ ਲਿੱਤੀ ਹੈ ਕਿਸੇ ਤੋਂ ਮੇਰਾ ਕੋਈ ਕੰਮ ਚੱਲ ਰਿਹਾ, ਉਸ ਕਿਸੇ ਦੀ ਹੈਲਪਫੁਲ ਲਈ, ਜਾਂ ਕਿਸੇ ਦੀ ਜੋ ਵੀ ਮੈਂ ਕਰ ਰਿਹਾ, ਕਿਸੇ ਵੀ ਮਿਸ਼ਨ 'ਤੇ ਲੱਗਿਆ, ਮੈਂ ਕਿਸੇ ਦੀ ਪਬਲਿਕ ਵੈਲਫੇਅਰ ਲਈ ਕੋਈ ਵੀ ਕੰਮ ਕਰ ਰਿਹਾ, ਉਹਦੇ ਲਈ ਮੈਨੂੰ ਕੋਈ ਸਪੈਸੀਫਿਕ ਡੋਨੇਸ਼ਨ ਮਿਲੀ ਹੈ। ਜੇ ਮੈਨੂੰ ਕੋਈ ਸਪੈਸੀਫਿਕ ਡੋਨੇਸ਼ਨ ਮਿਲੀ ਹੈ, ਤਾਂ ਉਹ ਇੱਕ ਤਰ੍ਹਾਂ ਦੀ ਮੇਰੀ ਲਾਇਬਿਲਿਟੀ ਹੋਈ ਨਾ, ਮੈंने ਤਾਂ ਉੱਥੇ ਹੀ ਲਾਣੇ ਪੈਸੇ। ਠੀਕ ਹੈ, ਉਹ ਫਿਰ ਕਿੱਥੇ ਆਏਗੀ? ਜੇ ਉਹ ਇਨਕਮ ਦਾ ਪਾਰਟ ਨਹੀਂ ਬਣ ਸਕਦੀ, ਉਹ ਕਿੱਥੇ ਬਣੇਗੀ? ਉਹ ਮੇਰੀ ਲਾਇਬਿਲਿਟੀ ਸਾਈਡ ਬਣੇਗੀ। ਠੀਕ ਹੈ, ਐਸੈਟ ਦੀ ਬੈਲੈਂਸ ਸ਼ੀਟ ਦੀ ਲਾਇਬਿਲਿਟੀ ਸਾਈਡ ਬਣੇਗੀ। ਤਾਂ ਇਹਨੂੰ ਮੈਂ ਜਿਹੜੀ ਸਪੈਸੀਫਿਕ ਡੋਨੇਸ਼ਨ ਹੋਏਗੀ, ਉਹ ਮੇਰੀ ਬੈਲੈਂਸ ਸ਼ੀਟ ਆ ਜਾਏਗੀ। ਹੋ ਕੀ ਤਰ੍ਹਾਂ ਦਾ ਹੋ ਸਕਦਾ? ਮੇਰਾ ਲਿਗੈਸਿਸ ਇੱਕ ਤਰ੍ਹਾਂ ਦੀ ਮੇਰੀ ਡੋਨੇਸ਼ਨ ਹੀ ਹੁੰਦੀ ਹੈ। ਡੋਨੇਸ਼ਨ ਤਾਂ ਤੁਹਾਨੂੰ ਹੱਥ 'ਚ ਜਾ ਕੇ ਫੜਾ ਦਿੰਦੇ ਨੇ, ਬਟ ਲਿਗੈਸੀ ਕੀ ਹੋ ਜਾਏਗੀ? ਇੱਕ ਤਰ੍ਹਾਂ ਦੀ ਮੇਰੀ ਵਸੀਅਤ ਹੋ ਜਾਏਗੀ ਕਿ ਹਾਂ ਭਾਈ ਮੇਰੀ ਇਹ ਵਸੀਅਤ, ਇਸ 'ਚੋਂ ਕੁਝ ਪੈਸਾ ਮੇਰਾ ਪਬਲਿਕ ਵੈਲਫੇਅਰ ਲਈ ਯੂਜ਼ ਕਰ ਲੈਣਾ। ਠੀਕ ਹੈ, ਪਬਲਿਕ ਵੈਲਫੇਅਰ ਲਈ ਯੂਜ਼ ਕਰ ਲੈਣਾ, ਤਾਂ ਉਹ ਕਿਵੇਂ ਕਰਾਂਗੇ ਆਪਾਂ? ਕੈਸ਼ ਅਕਾਊਂਟ ਡੈਬਿਟ ਟੂ ਲਿਗੈਸਿਸ। ਜਿਹੜੀ ਕੈਸ਼ ਵਿੱਚ ਟ੍ਰਾਂਜੈਕਸ਼ਨਸ ਹੈ, ਉਹ ਤੁਹਾਨੂੰ ਮੈਂ ਹਮੇਸ਼ਾ ਦੱਸਿਆ,
कोई भी कैश की ट्रांजैक्शन आ रही है पहले तो रिसिप्ट साइड जाएगी ही जाएगी, कुछ भी आ ਰਿਹਾ और रिसिप्ट साइड ਤੇ ਜਾਣਾ ਹੀ ਜਾਣਾ ਹੈ। ਉਸ ਤੋਂ ਬਾਅਦ ਛਾਣਾਂਗੇ ਕਿ ਲੈਗੈਸੀ ਕਿਹਨੂੰ ਕਿਵੇਂ ਮੰਨਾਂਗੇ ਆਪਾਂ। ਜੇ ਕੋਈ ਛੋਟੀ ਵੈਲਿਊ ਹੈ ਤਾਂ ਉਹ ਤਾਂ ਕ੍ਰੈਡਿਟ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਵਿੱਚ ਆ ਜਾਏਗੀ, ਠੀਕ ਹੈ, ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਵਿੱਚ ਆ ਜਾਏਗੀ, ਠੀਕ ਹੈ, ਉਹ ਇਨਕਮ ਦਾ ਪਾਰਟ ਬਣ ਜਾਏਗੀ। ਮਗਰ ਜੇ ਉਹ ਬਿਗ ਵੈਲਿਊ ਹੈ, ਕੁਛ ਵੱਡੀ ਅਮਾਊਂਟ ਵੀ ਤਾਂ ਹੋ ਸਕਦੀ ਹੈ, ਠੀਕ ਹੈ, ਕੋਈ ਲਾਈਟ ਫੈਮਿਲੀ ਦਾ ਕੋਈ ਲੋਕ ਹੋਣਗੇ, ਠੀਕ ਹੈ, ਇਕੱਲੇ ਇਕੱਲੇ ਲੋਕ ਹੋਣਗੇ, ਜਾਂ ਉਹਨਾਂ ਨੇ ਕੁਝ ਵਸੀਅਤ ਬਣਾਈ ਹੋਏਗੀ, ਤਾਂ ਉਹ ਕੀ ਕਰਾਂਗੇ ਉਸ ਅਮਾਊਂਟ ਨੂੰ ਆਪਾਂ ਕੀ ਕਰਾਂਗੇ ਕੈਪੀਟਲ ਫੰਡ 'ਚ ਪਾ ਦਾਂਗੇ। ਇਸ ਨੂੰ ਆਪਾਂ ਕਿੱਥੇ ਅੱਗੇ ਆਪਾਂ ਫੋਰਕਾਸਟ ਕਰਾਂਗੇ, ਠੀਕ ਹੈ, ਆਪਾਂ ਨੇ ਕਿੱਥੇ ਉਸ ਨੂੰ ਯੂਜ਼ ਕਰਨਾ, ਠੀਕ ਹੈ ਨਾ ਫਰੈਂਡਸ। ਉਸ ਤੋਂ ਇਲਾਵਾ ਕੀ ਹੋ ਸਕਦਾ, ਕੋਈ ਗ੍ਰਾਂਟ ਦੇ ਗਿਆ, ਠੀਕ ਹੈ, ਕੈਸ਼ ਅਕਾਊਂਟ ਡੈਬਿਟ ਟੂ ਗ੍ਰਾਂਟਸ, ਠੀਕ ਹੈ, ਕੈਸ਼ ਵਾਲੀ ਅਮਾਊਂਟ ਕਿੱਥੇ ਆ ਜਾਏਗੀ ਰਿਸਿਪਟਸ ਵਾਲੀ ਸਾਈਡ ਪਾ ਦਾਂਗੇ। ਦੋ ਇਫੈਕਟ ਹੁੰਦੇ ਆ ਨਾ, ਅਤੇ ਗ੍ਰਾਂਟਸ ਵਾਲੀ ਜਿਹੜਾ ਗ੍ਰਾਂਟ ਅਕਾਊਂਟ ਆ ਕਿੱਥੇ ਪਾ ਦਾਂਗੇ ਆਪਾਂ ਕ੍ਰੈਡਿਟ ਸਾਈਡ ਇਨਕਮ ਐਕਸਪੈਂਡੀਚਰ ਦੀ, ਠੀਕ ਹੈ, ਇਹ ਵੀ ਇੱਕ ਤਰ੍ਹਾਂ ਦੀ ਇਨਕਮ ਹੈ। ਉਸ ਤੋਂ ਬਾਅਦ ਫੰਡ ਸਪੈਸੀਫਾਈਡ, ਕੋਈ ਸਪੈਸੀਫਾਈਡ ਫੰਡ ਹੈ ਮੇਰੇ ਜੋ ਆ ਰਹੇ ਨੇ, ਉਹ ਕਿੱਥੇ ਪਾ ਦਾਂਗੇ ਕੈਸ਼ ਅਕਾਊਂਟ, ਉਹ ਤਾਂ ਸੇਮ ਹੀ ਪਏਗੀ ਰਿਸਿਪਟ ਸਾਈਡ। ਫੰਡ ਸਪੈਸੀਫਾਈਡ ਹੈ, ਇਹ ਮੇਰੀ ਲਾਇਬਿਲਿਟੀ ਸਾਈਡ ਪਏਗੀ। ਜੇ ਸਪੈਸੀਫਾਈਡ ਨਾਮ ਆ ਗਏ ਯਾਨੀ ਕਿ ਜਿਹੜੇ ਉਹ ਫੰਡਸ ਮੈਨੂੰ ਮਿਲੇ ਆ ਉਹ ਮੇਰੀ ਇਨਕਮ ਤਾਂ ਹੋਈ ਨਾ, ਮੈਨੇ ਕਿਸੇ ਸਪੈਸੀਫਿਕ ਪਰਪਸ ਲਈ ਉਹ ਫੰਡਸ ਮੇਰੇ ਕੋਲ ਆ ਰਹੇ ਨੇ, ਤਾਂ ਉਹਦੀ ਇੱਕ ਤਰ੍ਹਾਂ ਦੀ ਮੇਰੀ ਲਾਇਬਿਲਿਟੀ ਹੋ ਗਈ, ਉਹ ਇਨਕਮ ਦਾ ਪਾਰਟ ਨਹੀਂ। ਜੇ ਉਹ ਇਨਕਮ ਦਾ ਪਾਰਟ ਨਹੀਂ ਤਾਂ ਉਹ ਬੈਲੈਂਸ ਸ਼ੀਟ ਦੀ ਲਾਇਬਿਲਿਟੀ ਸਾਈਡ ਦਾ ਪਾਰਟ ਹੋ ਗਿਆ, ਠੀਕ ਹੈ ਨਾ। ਉਸ ਤੋਂ ਬਾਅਦ ਕੁਝ ਸੰਡਰੀ ਰਿਸਿਪਟਸ ਆ ਗਈਆਂ, ਠੀਕ ਹੈ, ਸੇਲ ਆਫ ਓਲਡ ਨਿਊਜ਼ਪੇਪਰ ਕੁਛ ਵੀ ਹੋ ਗਿਆ, ਤਾਂ ਉਹ ਕੀ ਹੋ ਜਾਏਗਾ ਕੈਸ਼ ਅਕਾਊਂਟ ਡੈਬਿਟ ਟੂ ਸੰਡਰੀ ਰਿਸਿਪਟਸ, ਤਾਂ ਕੈਸ਼ ਦਾ ਰਿਸਿਪਟ ਸਾਈਡ ਪਾ ਦਾਂਗੇ ਆਪਾਂ, ਠੀਕ ਹੈ। ਸੰਡਰੀ ਰਿਸਿਪਟਸ ਜਿਹੜੇ ਅਕਾਊਂਟਸ ਹੋਣਗੇ ਉਹ ਕ੍ਰੈਡਿਟ ਸਾਈਡ ਇਨਕਮ ਅਕਾਊਂਟ 'ਚ ਆ ਜਾਏਗੇ, ਠੀਕ ਹੈ। ਇਸ ਤਰ੍ਹਾਂ ਦੇ ਮੇਰੇ ਕੁਛ ਅਕਾਊਂਟਸ ਮੈਂ ਮੇਨਟੇਨ ਕਰਦਾ। ਇਹ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ 'ਚ ਕੀ ਆ ਸਕਦਾ, ਸਬਸਕ੍ਰਿਪਸ਼ਨ ਆ ਸਕਦੀ ਹੈ, ਇੰਟਰਸਟ ਫੀਸ ਆ ਸਕਦੀ ਹੈ, ਡੋਨੇਸ਼ਨਸ ਆ ਸਕਦੀਆਂ, ਲੈਗੇਸੀਸ ਆ ਸਕਦੀਆਂ, ਠੀਕ ਹੈ। ਇਹ ਸਾਰੀ ਮੇਰੀਆਂ ਇਨਕਮ ਸਾਈਡ ਦੀ ਜਾਂ ਇਨਕਮ ਸਾਈਡ ਦੀਆਂ ਜਾਂ ਲਾਇਬਿਲਿਟੀ ਸਾਈਡ ਦੀਆਂ, ਠੀਕ ਹੈ, ਜਾਂ ਫੰਡਸ ਆ ਸਕਦੀਆਂ, ਸੰਡਰੀ ਰਿਸਿਪਟਸ ਆ ਸਕਦੀਆਂ, ਠੀਕ ਹੈ, ਠੀਕ ਹੈ ਨਾ ਫਰੈਂਡਸ। ਜੇ ਆ ਦੇਖੋ ਆਪਾਂ ਨੇ ਹੁਣ ਮੈਂ ਤੁਹਾਨੂੰ ਇਹ ਗੱਲ ਦੱਸਾਂ, ਰਿਸਿਪਟ ਐਂਡ ਪੇਮੈਂਟ ਹੈ, ਇਹ ਆਪਾਂ ਰਿਸਿਪਟ ਐਂਡ ਪੇਮੈਂਟ ਕ੍ਰੀਏਟ ਕਰ ਰਹੇ ਸੀ, ਕੋਈ ਕੈਸ਼ ਟ੍ਰਾਂਜੈਕਸ਼ਨ ਹੋ ਰਹੀ ਸੀ ਤਾਂ ਕੁਛ ਆ ਰਿਹਾ ਸੀ ਤਾਂ ਆਪਾਂ ਉਰੇ ਕ੍ਰੀਏਟ ਕਰ ਰਹੇ ਸੀ। ਪੇਮੈਂਟ ਦੀ ਮੈਂ ਗੱਲ ਕਿਉਂ ਨਹੀਂ ਕੀਤੀ, ਕਿਉਂਕਿ ਪੇਮੈਂਟਸ ਜਿਹੜੀਆਂ ਹੋ ਗਈਆਂ ਜੋ ਅਸੀਂ ਇੱਕ ਅਕਾਊਂਟਿੰਗ ਆਪਣੇ ਪ੍ਰੋਫਿਟ ਲਈ ਬਣਾਉਂਦੇ ਹੁੰਦੇ ਹਾਂ, ਜਿਹੜੇ ਅਕਾਊਂਟਸ ਪ੍ਰੋਫਿਟ ਲਈ ਬਣਾਉਂਦੇ ਹਾਂ, ਅਤੇ ਜਿਹੜੇ ਆਪਾਂ ਉਹਦੇ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਲਈ ਬਣਾ ਰਹੇ ਉਹਦੇ ਜਿਹੜੇ ਆਪਣੇ ਖਰਚੇ ਆ ਉਹ ਜ਼ਿਆਦਾਤਰ ਸੇਮ ਹੀ ਹੁੰਦੇ ਆ, ਉਹਨਾਂ 'ਚ ਕੁਝ ਜ਼ਿਆਦਾ ਚੇਂਜਸ ਨਹੀਂ ਹੁੰਦੇ। ਉਹਦੇ ਬਾਰੇ ਮੈਂ ਤਾਂ ਹੀ ਨਹੀਂ ਗੱਲ ਕੀਤੀ, ਔਰ ਮੈਂ ਉਹੀ ਗੱਲ ਕੀਤੀ ਕੁਛ ਸਾਡੇ ਕੋਲ ਆ ਰਿਹਾ, ਸਾਡੀ ਇਨਕਮ ਬਣ ਰਹੀ ਹੈ ਜਾਂ ਮੇਰੀ ਕਿਸੇ ਸਪੈਸੀਫਿਕ ਪਰਪਸ ਲਈ ਮੇਰੇ ਕੋਲ ਕੁਛ ਆ ਰਿਹਾ, ਠੀਕ ਹੈ, ਉਹ ਕਿਹੜੀ ਸਾਈਡ ਆ ਜਾਏਗਾ, ਉਹ ਲਾਇਬਿਲਿਟੀ ਸਾਈਡ ਆ ਜਾਏਗਾ, ਠੀਕ ਹੈ ਨਾ। ਤਾਂ ਇਹ ਪੇਮੈਂਟ ਬਾਰੇ ਗੱਲ ਨਹੀਂ ਕੀਤੀ, ਤਾਂ ਜਿਹੜੀ ਰਿਸਿਪਟਸ ਹੈ ਆਪਾਂ ਨੇ ਰਿਸਿਪਟ ਪੇਮੈਂਟ ਅਕਾਊਂਟ ਬਣਾਇਆ, ਤਾਂ ਜਿਹੜੀ ਰਿਸਿਪਟ ਸਾਈਡ ਜਿਹੜੀ ਜੋ ਵੀ ਮੇਰੇ ਕੋਲ ਆ ਰਿਹਾ ਉਹ ਮੈਂ ਅੱਗੇ ਕਿੱਥੇ ਟ੍ਰਾਂਸਫਰ ਕਰ ਦਾਂਗਾ ਇਨਕਮ ਸਾਈਡ, ਠੀਕ ਹੈ। ਜੇ ਕੋਈ ਪੇਮੈਂਟਸ ਹੈ ਉਹ ਮੈਂ ਉਰੇ ਐਕਸਪੈਂਡੀਚਰ ਸਾਈਡ, ਠੀਕ ਹੈ, ਉਰੇ ਮੈਂ ਟ੍ਰਾਂਸਫਰ ਕਰ ਦਾਂਗਾ, ਠੀਕ ਹੈ। ਅਤੇ ਇਸ ਤਰ੍ਹਾਂ ਮੇਰੇ ਅਕਾਊਂਟ ਕ੍ਰੀਏਟ ਹੋਣਗੇ, ਠੀਕ ਹੈ। ਅੱਜ ਇੰਟਰੋਡਕਸ਼ਨ ਦਾ ਸੀ ਪਾਰਟ, ਠੀਕ ਹੈ ਨਾ। ਕੱਲ੍ਹ ਵੀ ਤੁਹਾਨੂੰ ਮੈਂ ਇੱਕ ਪੂਰਾ ਨਿਊਮੈਰੀਕਲ ਦੱਸਾਂਗਾ ਕਿ ਕਿਸ ਤਰ੍ਹਾਂ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਬਣਦਾ, ਠੀਕ ਹੈ ਨਾ। ਆਪਾਂ ਤਾਂ ਵੈਸੇ ਹੀ ਕਹਿ ਦਿੰਦੇ ਹਾਂ ਕਿ ਡੋਨੇਸ਼ਨ ਹੈ ਨੋਰਮਲ ਹੁੰਦਾ, ਮਗਰ ਨਹੀਂ, ਪੂਰੇ ਅਕਾਊਂਟ ਮੇਨਟੇਨ ਹੁੰਦੇ ਹੈ, ਇੱਕ ਪੂਰੀ ਆਰਗੇਨਾਈਜੇਸ਼ਨ ਹੁੰਦੀ ਹੈ, ਠੀਕ ਹੈ। ਤੁਹਾਨੂੰ ਮੈਂ ਕੱਲ੍ਹ ਇੱਕ ਐਗਜ਼ਾਮਪਲਾਂ ਵੀ ਦੱਸਾਂਗਾ ਕਿਹੜੀ ਕਿਹੜੀ ਕਿਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਹੋ ਸਕਦੀ ਹੈ, ਠੀਕ ਹੈ, ਕਿਸੇ ਵੀ ਨੇਚਰ ਦੀ ਹੋ ਸਕਦੀ ਹੈ, ਠੀਕ ਹੈ ਨਾ ਫਰੈਂਡਸ। ਕੋਈ ਪਬਲਿਕ ਵੈਲਫੇਅਰ ਲਈ ਬੜੀਆਂ ਆਰਗੇਨਾਈਜੇਸ਼ਨ ਹੁੰਦੀਆਂ, ਉਸਦਾ ਪਾਰਟ ਬਣਦੇ ਆ ਲੋਕ, ਠੀਕ ਹੈ। ਸੋ ਜ਼ਿਆਦਾਤਰ ਕਈ ਲੋਕਾਂ ਦਾ ਪਰਪਸ ਇਹ ਵੀ ਹੁੰਦਾ ਕਿ ਇਨਕਮ ਟੈਕਸ ਵਿੱਚ ਰਿਡਕਸ਼ਨ ਮਿਲ ਜਾਂਦੀ ਹੈ, ਠੀਕ ਹੈ, ਮਗਰ ਵੈਸੇ ਕਈ ਕਰਦੇ ਵੀ ਹੈ, ਕਈਆਂ ਦਾ ਪਰਪਸ ਵੀ ਹੋ ਸਕਦਾ, ਠੀਕ ਹੈ ਫਰੈਂਡਸ। ਇਹ ਮੈਂ ਤੁਹਾਨੂੰ ਉਰੇ ਕੋਈ ਨਾ ਤਾਂ ਤੁਹਾਨੂੰ ਕੋਈ ਇਸ ਤਰ੍ਹਾਂ ਜਨਰਲ ਐਂਟਰੀ ਬਣਾ ਕੇ ਕੋਈ ਪੁੱਛੇਗਾ, ਠੀਕ ਹੈ, ਨਾ ਤੁਹਾਨੂੰ ਕੋਈ ਉਰੇ ਕੋਈ ਅਕਾਊਂਟਸ ਬਣਾਉਣੇ ਆ, ਮਗਰ ਉਰੇ ਤੁਹਾਨੂੰ ਮੈਂ ਦਿਖਾਉਣ ਦਾ ਪਰਪਸ ਕੀ ਹੈ, ਕਿਸੇ ਵੀ ਜੇ ਤੁਹਾਨੂੰ ਪੁੱਛ ਲਿਆ ਜਾਵੇ ਕਿ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਵਿੱਚ ਕਿਵੇਂ ਆਉਂਦਾ, ਮਤਲਬ ਕਿ ਇਨਕਮ ਐਂਡ ਐਕਸਪੈਂਡੀਚਰ ਕੀ ਆਉਂਦਾ, ਠੀਕ ਹੈ, ਇਨਕਮ 'ਚ ਕੀ ਆ ਸਕਦਾ। ਜੇ ਤੁਹਾਨੂੰ ਮੋਰੇ ਦੱਸਿਆ ਕਿ ਸਬਸਕ੍ਰਿਪਸ਼ਨ ਆ ਸਕਦੀ ਹੈ, ਐਂਟਰ ਫੀਸ ਆ ਸਕਦੀ ਹੈ, ਡੋਨੇਸ਼ਨਸ ਆ ਸਕਦੀਆਂ, ਲੈਗੇਸੀਸ ਆ ਸਕਦੀਆਂ, ਗ੍ਰਾਂਟਸ ਆ ਸਕਦੀਆਂ, MCQs ਵਿੱਚ ਪੁੱਛ ਲਿਆ ਜਾਵੇ ਤਾਂ ਤੁਸੀਂ ਆਰਾਮ ਨਾਲ ਦੱਸ ਦਿਓਗੇ ਨਾ, ਹਾਂ ਇਨਕਮ ਐਂਡ ਜਿਹੜਾ ਐਕਸਪੈਂਡੀਚਰ ਅਕਾਊਂਟ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਆਉਂਦੀਆਂ, ਠੀਕ ਹੈ। ਨੋਰਮਲ ਜਿਹੜੇ ਅਕਾਊਂਟੀਗੇਸ਼ਨ ਹੁੰਦੀਆਂ ਉਸ ਤਰ੍ਹਾਂ ਦੀ ਮੇਰੀ ਕੋਈ ਵੀ ਚੀਜ਼ ਨਹੀਂ ਆਉਂਦੀ, ਠੀਕ ਹੈ, ਠੀਕ ਹੈ ਨਾ ਫਰੈਂਡਸ। ਸੋ ਆਪਾਂ ਉਰੇ ਇਹ ਚੀਜ਼ ਦੇਖ ਲਈ ਆਪਾਂ ਨੇ। ਹੁਣ ਆਪਾਂ ਕੱਲ੍ਹ ਦੇਖਾਂਗੇ ਇਸ ਦੀ ਕੋਈ ਐਗਜ਼ਾਮਪਲ ਇੱਕ ਕਰਕੇ ਦੇਖਾਂਗੇ ਜਿਹਦੇ ਨਾਲ ਤੁਹਾਨੂੰ ਈਜ਼ੀਲੀ ਅੰਡਰਸਟੈਂਡ ਹੋ ਜਾਏਗਾ ਤੁਹਾਨੂੰ, ਠੀਕ ਹੈ ਨਾ ਫਰੈਂਡਸ। ਸੋ ਅੱਜ ਲਈ ਇੰਨਾ ਹੀ, ਬਾਕੀ ਆਪਾਂ ਹੁਣ ਕੱਲ੍ਹ ਮਿਲਾਂਗੇ। ਅਤੇ ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ ਕਿਰਪਾ ਕਰਕੇ ਲਾਈਕ ਕਰਿਓ, ਸ਼ੇਅਰ ਕਰਿਓ, ਠੀਕ ਹੈ ਫਰੈਂਡਸ। ਅਤੇ ਜੇ ਕੋਈ ਪ੍ਰੋਬਲਮ ਆਵੇ ਤਾਂ ਤੁਸੀਂ ਜ਼ਰੂਰ ਕਮੈਂਟ ਕਰਿਓ, ਠੀਕ ਹੈ, ਮੈਂ ਤੁਹਾਨੂੰ 100% ਰਿਪਲਾਈ ਕਰਾਂਗਾ, ਠੀਕ ਹੈ ਫਰੈਂਡਸ। ਅਤੇ ਹਰੇਕ ਬੱਚਾ ਕੰਟਰੀਬਿਊਟ ਕਰੇ, ਜੇ ਤੁਹਾਨੂੰ ਮੈਂ ਕੋਈ ਕੁਐਸਚਨ ਪੁੱਛਣਾ ਤੁਸੀਂ ਉਹਦਾ ਆਨਸਰ ਜ਼ਰੂਰ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ, ਠੀਕ ਹੈ। ਜਿਹਦੇ ਠੀਕ ਹੁੰਦੇ ਆ ਮੈਂ ਉਹਦੇ ਨਾਲ ਦੀ ਰਿਪਲਾਈ ਕਰਦਾ, ਠੀਕ ਹੈ। ਓਕੇ, ਥੈਂਕ ਯੂ।